ਸਟਾਰਟ। ਅੱਜ ਦਾ ਦਿਨ ਸਿੱਖ ਇਤਿਹਾਸ ਦੇ ਉਹਨਾਂ ਦੋ ਮਹਾਨ ਯੋਧਿਆਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਦੇ ਕੌਮੀ ਵਜੂਦ ਪਛਾਣ ਅਤੇ ਖੁਦ ਮੁਖਤਿਆਰੀ ਦੇ ਝੰਡੇ ਨੂੰ ਸਦੀਵੀ ਅਸਮਾਨ ਦੀਆਂ ਉਚਾਈਆਂ 'ਤੇ ਝੂਲਦਾ ਰੱਖਣ ਲਈ ਆਪਣੇ ਮਹਾਨ ਕਾਰਨਾਮੇ ਨਾਲ ਅੱਜ ਦੇ ਦਿਨ ਅਨੋਖੀ ਸ਼ਹਾਦਤ ਦਿੱਤੀ ਡੰਡੀ। ਅੱਜ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਦਾ ਸ਼ਹੀਦੀ ਦਿਨ ਹੈ ਡੰਡੀ। ਸਵਾਰਥ ਅਤੇ ਪਦਾਰਥ ਦੀ ਅੰਨੀ ਦੌੜ 'ਚ ਸ਼ਾਮਲ ਕੌਮ ਨੂੰ ਸ਼ਾਇਦ ਆਪਣੇ ਇਹ ਦੋ ਮਹਾਨ ਕੌਮੀ ਨਾਇਕ ਜਿਨ੍ਹਾਂ ਨੇ ਸਿੱਖ ਇਤਿਹਾਸ 'ਚ ਇੱਕ ਅਜਿਹਾ ਅਮਰ ਪੰਨਾ ਜੋੜਿਆ ਸੀ, ਜਿਹੜਾ ਪੰਨਾ ਇਸ ਮਹਾਨ ਤੱਥ ਨਾਲ ਉਰਸ਼ਨਾ ਰਿਹਾ ਹੈ ਕਿ ਦੁਨੀਆ ਦੀ ਕੋਈ ਜਾਬਰ ਤੋਂ ਜਾਬਰ, ਜ਼ਾਲਮ ਤੋਂ ਜ਼ਾਲਮ, ਤਾਕਤਵਰ ਤੋਂ ਤਾਕਤਵਰ ਤਾਕਤ ਸੂਰਜ ਨੂੰ ਚੜ੍ਹਨ ਤੋਂ ਭਾਵੇਂ ਰੋਕ ਲਵੇ, ਸਿੱਖ ਕੌਮ ਦੀ ਹੋਂਦ ਨੂੰ ਨਹੀਂ ਮਿਟਾ ਸਕਦੀ ਡੰਡੀ। 1739 ਈਸਵੀ 'ਚ ਨਾਦਰ ਸ਼ਾਹ ਨੇ ਪੰਜਾਬ ਅਤੇ ਦਿੱਲੀ 'ਤੇ ਹਮਲਾ ਕੀਤਾ ਡੰਡੀ। ਇਸ ਦੇਸ਼ ਨੂੰ ਖੂਬ ਲੁੱਟਿਆ, ਪਰੰਤੂ ਵਾਪਸ ਪਰਤਦੇ ਨੂੰ ਸਿੱਖਾਂ ਨੇ ਉਸ ਨੂੰ ਲੁੱਟ ਲਿਆ ਡੰਡੀ। ਸਿੱਖਾਂ ਦੀ ਬਹਾਦਰੀ, ਨਿਡਰਤਾ, ਬਾਜ ਵਾਂਗੂ ਝਪਟਾ ਮਾਰਨ ਦੀ ਸ਼ੇਰ ਵਰਗੀ ਫੁਰਤੀ ਤੋਂ ਨਾਦਰ ਸ਼ਾਹ ਦਹਿਲ ਗਿਆ ਡੰਡੀ। ਉਸਨੇ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੇ ਹੁਕਮ ਦਿੱਤੇ ਡੰਡੀ। ਜ਼ਕਰੀਆ ਖਾਨ ਨੇ ਸਿੱਖਾਂ 'ਤੇ ਜ਼ੋਰ ਜ਼ਬਰ ਅਤੇ ਜ਼ੁਲਮ ਦਾ ਅੰਨਾ ਦੌਰ ਚਲਾਇਆ ਡੰਡੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ ਡੰਡੀ। ਉਹਨਾਂ ਦਾ ਸਾਥ ਦੇਣ ਵਾਲੇ, ਸਹਾਇਤਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਐਲਾਨ ਦਿੱਤੀ ਗਈ ਡੰਡੀ। ਉਸ ਸਮੇਂ ਜ਼ਕਰੀਆ ਖਾਨ ਨੇ ਇਹ ਐਲਾਨ ਕੀਤਾ ਕਿ ਪੰਜਾਬ 'ਚ ਸਿੱਖ ਖਤਮ ਕਰ ਦਿੱਤੇ ਗਏ ਹਨ ਅਤੇ ਜਦੋਂ ਇਹ ਆਵਾਜ਼ ਦੋ ਸੂਰਬੀਰ ਯੋਧਿਆਂ ਬੋਤਾ ਸਿੰਘ, ਗਰਜਾ ਸਿੰਘ ਦੇ ਕੰਨੀ ਪਈ ਤਾਂ ਉਹਨਾਂ ਜ਼ਾਲਮ ਮੁਗਲ ਹਕੂਮਤ ਨੂੰ ਇਹ ਦੱਸਣ ਲਈ ਕਿ ਦਸ਼ਮੇਸ਼ ਪਿਤਾ ਦੇ ਖਾਲਸੇ ਪੰਥ ਨੂੰ ਦੁਨੀਆ ਦੀ ਕੋਈ ਤਾਕਤ ਖਤਮ ਨਹੀਂ ਕਰ ਸਕਦੀ ਡੰਡੀ। ਲਾਹੌਰ ਸਰਕਾਰ ਦੇ ਮੁਕਾਬਲੇ ਲਾਹੌਰ ਨੂੰ ਜਾਂਦੀ ਜਰਨੈਲ ਸੜਕ 'ਤੇ ਪਿੰਡ ਦੂਰਨੀਨ ਤੋਂ ਮੀਲ ਕੁ ਦੂਰ ਖਾਲਸਾ ਪੰਥ ਦੀ ਸਰਕਾਰ ਕਾਇਮ ਕਰਕੇ ਟੈਕਸ ਲਈ ਨਾਕਾ ਲਾ ਦਿੱਤਾ ਅਤੇ ਜ਼ਕਰੀਆ ਖਾਨ ਨੂੰ ਚਿੱਠੀ ਲਿਖ ਦਿੱਤੀ। ਚਿੱਠੀ ਲਿਖੇ ਸਿੰਘ ਬੋਤਾ, ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਆਖੋ ਭਾਬੀ ਖਾਨੋ ਨੂੰ ਸਹੁੰ ਆਖੇ ਸਿੰਘ ਬੋਤਾ ਡੰਡੀ। ਸਿੱਖ ਕੌਮ ਦੀ ਸੂਰਬੀਰਤਾ, ਨਿਡਰਤਾ, ਕੌਮੀ ਹੋਂਦ ਪ੍ਰਤੀ ਦ੍ਰਿੜਤਾ ਦੀ ਮਿਸਾਲ ਇਸ ਤੋਂ ਵੱਧ ਹੋਰ ਕੋਈ ਕੀ ਹੋ ਸਕਦੀ ਹੈ ਡੰਡੀ। ਜ਼ਾਲਮ ਹਕੂਮਤ ਜਦੋਂ ਇਹ ਐਲਾਨ ਕਰ ਰਹੀ ਹੋਵੇ ਕਿ ਉਸਨੇ ਸਿੱਖਾਂ ਦੀ ਹੋਂਦ ਹੀ ਖਤਮ ਕਰ ਦਿੱਤੀ ਹੈ, ਉਸ ਸਮੇਂ ਦੋ ਸਿੰਘ ਸਿਰਫ ਸੋਟੇ ਫੜ ਕੇ ਹਕੂਮਤ ਨੂੰ ਵੰਗਾਰਨ ਅਤੇ ਆਪਣੀ ਬਰਾਬਰੀ ਵਾਲੀ ਹਕੂਮਤ ਦੀ ਸਥਾਪਨਾ ਕਰਨ ਇਹ ਖਾਲਸਾ ਪੰਥ ਦੇ ਹਿੱਸੇ ਹੀ ਆਇਆ ਹੈ ਡੰਡੀ। ਜ਼ਕਰੀਆ ਖਾਨ ਨੇ ਦੋ ਸਿੰਘਾਂ ਦੀ ਸਥਾਪਿਤ ਹਕੂਮਤ ਦੇ ਟਾਕਰੇ ਆਪਣੀ ਫੌਜ ਭੇਜੀ। ਸਿੰਘ ਡਰੇ ਨਹੀਂ, ਭੱਜੇ ਨਹੀਂ, ਦ੍ਰਿੜਤਾ ਅਤੇ ਬਹਾਦਰੀ ਨਾਲ ਭਾਰੀ ਫੌਜ ਦਾ ਆਪਣੇ ਸੋਟਿਆਂ ਨਾਲ ਟਾਕਰਾ ਕੀਤਾ ਤੇ ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਫਿਰ ਸ਼ਹਾਦਤ ਦਾ ਜਾਮ ਪੀਤਾ ਡੰਡੀ।
ਅੱਜ ਜਦੋਂ ਅਸੀਂ ਇਹਨਾਂ ਦੋ ਮਹਾਨ ਜਰਨੈਲਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰ ਰਹੇ ਹਾਂ ਤਾਂ ਪੁਰਾਤਨ ਸਿੰਘਾਂ ਦੇ ਕਿਰਦਾਰ ਅਤੇ ਕੌਮ ਦੇ ਵਰਤਮਾਨ ਕਿਰਦਾਰ 'ਚ ਜ਼ਮੀਨ ਅਸਮਾਨ ਦੇ ਆ ਚੁੱਕੇ ਫ਼ਰਕ ਨੂੰ ਵੇਖ ਕੇ ਅਚੰਭਾ ਵੀ ਅਤੇ ਦੁੱਖ ਵੀ ਜ਼ਰੂਰ ਹੁੰਦਾ ਹੈ। ਡੰਡੀ ਸਿੱਖੀ ਦੇ ਸਵੈਮਾਨ, ਸਿੱਖੀ ਪਛਾਣ, ਸਿੱਖੀ ਹੋਂਦ ਅਤੇ ਸਿੱਖ ਕੌਮ 'ਚ ਆਪਣੇ ਰਾਜ ਲਈ ਦ੍ਰਿੜਤਾ ਦਾ ਜੋ ਜਜ਼ਬਾ ਪੁਰਾਤਨ ਸਿੰਘਾਂ 'ਚ ਸੀ ਅਤੇ ਉਸ ਜਜ਼ਬੇ ਨੂੰ ਸਿਦਕ ਦਿਲੀ ਨਾਲ ਪ੍ਰਗਟਾਇਆ ਜਾਂਦਾ ਸੀ। ਉਹ ਜਜ਼ਬਾ, ਉਹ ਭਾਵਨਾ, ਉਹ ਨਿਡਰਤਾ, ਉਹ ਕੁਰਬਾਨੀ, ਉਹ ਬਹਾਦਰੀ ਅੱਜ ਕੌਮ 'ਚ ਪੂਰੀ ਤਰ੍ਹਾਂ ਅਲੋਪ ਹੋ ਗਈ ਹੈ। ਡੰਡੀ ਅੱਜ ਅਸੀਂ ਉਹਨਾਂ ਤਾਕਤਾਂ ਦੇ ਜਿਹੜੀਆਂ ਸਿੱਖੀ ਦੀਆਂ ਜੜ੍ਹਾਂ ਵੱਢਣ ਲੱਗੀ ਹੋਈਆਂ ਹਨ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਦੀ ਥਾਂ ਉਹਨਾਂ ਦੇ ਗੁਲਾਮ ਬਣੇ ਹੋਏ ਹਾਂ। ਡੰਡੀ ਸਿੱਖਾਂ ਦੀ ਵੱਖਰੀ ਹੋਂਦ 'ਤੇ ਪੋਚਾ ਫੇਰ ਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲਿਆਂ ਅੱਗੇ ਸਾਡਾ ਮੂੰਹ ਹੀ ਨਹੀਂ ਖੁੱਲ੍ਹਦਾ। ਡੰਡੀ ਸਿੱਖੀ ਸਿਧਾਂਤਾਂ ਅਤੇ ਸਿੱਖੀ ਸਰੂਪ 'ਤੇ ਨਿਰੰਤਰ ਅੰਦਰੋਂ ਬਾਹਰੋਂ ਹਮਲੇ ਹੋ ਰਹੇ ਹਨ ਅਤੇ ਇਹ ਹਮਲੇ ਸਿੱਖਾਂ ਕਿੱਥੇ ਆ ਦਾ ਸਵਾਲ ਪੁਖਤਾ ਕਰਨ ਲਈ ਕੀਤੇ ਜਾ ਰਹੇ ਹਨ। ਪਰੰਤੂ ਸਾਡੇ 'ਚ ਫਿਰ ਵੀ ਬੋਤਾ ਸਿੰਘ ਅਤੇ ਗਰਜਾ ਸਿੰਘ ਨਹੀਂ ਜਾਗਦਾ। ਡੰਡੀ ਖਾਲਸਾ ਬਾਦਸ਼ਾਹ ਜਾਂ ਬਾਗੀ ਦੀ ਕਹਾਵਤ ਹੁਣ ਸਾਡੇ 'ਤੇ ਨਹੀਂ ਢੁਕਦੀ ਕਿਉਂਕਿ ਅਸੀਂ ਗੁਰੂ ਦੀ ਪ੍ਰਤੀਤ ਆਪਣਾ ਨਿਆਰਾਪਨ ਖਤਮ ਕਰਵਾ ਕੇ ਗਵਾ ਲਈ ਹੈ ਜਿਸ ਕਾਰਨ ਖਾਲਸਾਈ ਜਲੋ ਵਾਲੀਆਂ ਭਾਵਨਾ ਸਾਡੇ 'ਚੋਂ ਮੁੱਕ ਗਈ ਹੈ। ਡੰਡੀ ਅੱਜ ਸਥਿਤੀ ਤੇ ਪਰਿਸਥਿਤੀਆਂ ਬਦਲੀਆਂ ਜ਼ਰੂਰ ਹਨ ਪਰੰਤੂ ਜਾਬਰ ਹਾਕਮ ਦੀ ਸੋਚ 'ਚ ਕੋਈ ਤਬਦੀਲੀ ਨਹੀਂ ਆਈ। ਡੰਡੀ ਅੱਜ ਵੀ ਕਮਜ਼ੋਰ ਤੇ ਗਰੀਬ ਵਰਗ ਨੂੰ ਲਤਾੜਿਆ ਜਾ ਰਿਹਾ ਹੈ। ਅੱਜ ਵੀ ਉਸੇ ਖਾਲਸੇ ਦੀ ਲੋੜ ਹੈ ਜਿਹੜਾ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਅਤੇ ਨਿਧਰਿਆਂ ਦੀ ਧਿਰ ਬਣਨ ਲਈ ਕਲਗੀਧਰ ਪਿਤਾ ਨੇ ਪਰਮਾਤਮਾ ਕੀ ਮੌਜ ਭਰਾ ਪੈਦਾ ਕੀਤਾ ਸੀ। ਡੰਡੀ ਪਰੰਤੂ ਉਸੇ ਲਈ ਬੋਤਾ ਸਿੰਘ, ਗਰਜਾ ਸਿੰਘ ਵਰਗੇ ਸਿੰਘਾਂ ਦੀ ਲੋੜ ਹੈ। ਉਹਨਾਂ ਵਾਲੀ ਗੁਰੂ ਤੇ ਕੌਮ ਨੂੰ ਸਮਰਪਿਤ ਭਾਵਨਾ ਦੀ ਲੋੜ ਹੈ। ਉਹਨਾਂ ਵਾਲੀ ਦ੍ਰਿੜਤਾ, ਬਹਾਦਰੀ ਤੇ ਨਿਡਰਤਾ ਦੀ ਲੋੜ ਹੈ। ਡੰਡੀ ਪਰੰਤੂ ਅਫਸੋਸ ਹੈ ਕਿ ਅੱਜ ਕੌਮ ਪਾਸ ਪੈਸਾ ਹੈ, ਸ਼ੌਹਰਤ ਹੈ, ਸਹੂਲਤਾਂ ਹਨ, ਸੱਤਾ ਹੈ ਪਰੰਤੂ ਸਿੱਖੀ ਦੂਰ ਚਲੀ ਗਈ ਹੈ। ਡੰਡੀ ਜਿਸ ਕਾਰਨ ਗੁਰਦੁਆਰੇ ਪੱਕੇ ਤੇ ਸਿੱਖ ਕੱਚੇ ਹੋ ਗਏ ਹਨ ਦੀ ਕਹਾਵਤ ਚੱਲ ਪਈ ਹੈ। ਡੰਡੀ ਲੋੜ ਹੈ ਕਿ ਅਜਿਹੇ ਦਿਨ ਜਿਹੜੇ ਸਾਨੂੰ ਝੰਜੋੜਦੇ ਹਨ, ਵੰਗਾਰਦੇ ਹਨ, ਹਲੂਣਦੇ ਹਨ ਅਤੇ ਅੰਤ 'ਚ ਲਾਹਨਤਾਂ ਵੀ ਪਾਉਂਦੇ ਹਨ ਉਹਨਾਂ ਦਾ ਸੁਨੇਹਾ ਸੁਣਨ ਵੱਲ ਵੀ ਮਾੜਾ ਮੋਟਾ ਕੰਨ ਧਰੀਏ ਤਦ ਹੀ ਜਿਸ ਸਿੱਖੀ ਦੀ ਸ਼ਾਨ ਦੀਆਂ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਨੇ ਚੌਕੁੰਟੀ ਗੂੰਜਾਂ ਪਵਾਈਆਂ ਸਨ ਉਸ ਦੀ ਸ਼ਾਨ ਦੀ ਰਾਖੀ ਕਰ ਸਕਾਂਗੇ। ਡੰਡੀ ਸਰਕਾਰ ਕਰਮਚਾਰੀਆਂ ਦੀਆਂ ਤੈਨਾਤੀਆਂ ਬਦਲੀਆਂ ਅਤੇ ਮੱਧਕਾਲੀ ਬਦਲੀਆਂ ਨੂੰ ਨਿਯਮਬੱਧ ਕਰਨ ਸੰਬੰਧੀ ਸਮੇਂ-ਸਮੇਂ ਸਿਰ ਹਦਾਇਤਾਂ ਜਾਰੀ ਕਰਦੀ ਰਹੀ ਹੈ। ਡੰਡੀ ਵੇਖਣ ਵਿੱਚ ਆਇਆ ਹੈ ਕਿ ਮੰਤਰੀਆਂ ਦਾ ਬਹੁਤ ਸਾਰਾ ਸਮਾਂ ਅਜਿਹੇ ਲੋਕਾਂ ਨੂੰ ਮਿਲਣ ਵਿੱਚ ਹੀ ਜਾਇਆ ਹੋ ਜਾਂਦਾ ਹੈ ਜਿਨ੍ਹਾਂ ਦੀ ਬਦਲੀ ਸੰਬੰਧੀ ਕੋਈ ਸਮੱਸਿਆ ਹੁੰਦੀ ਹੈ। ਡੰਡੀ ਸਰਕਾਰੀ ਕਰਮਚਾਰੀ
ਕਰਮਚਾਰੀ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਕੇ ਸਿਆਸੀ ਦਬਾਅ ਪਾਉਂਦੇ ਹਨ ਤਾਂ ਜੋ ਉਹ ਆਪੋ ਆਪਣੀ ਮਰਜ਼ੀ ਦੀਆਂ ਖਾਸ ਥਾਵਾਂ 'ਤੇ ਤੈਨਾਤੀ ਕਰਵਾ ਸਕਣ। ਡੰਡੀ ਸਰਕਾਰ ਨੇ ਇਸ ਸਮੱਸਿਆ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਹੈ ਅਤੇ ਮੌਜੂਦਾ ਹਦਾਇਤਾਂ ਦਾ ਜਾਇਜ਼ਾ ਲੈ ਕੇ ਨਿਮਨ ਗਾਈਡਲਾਈਨਜ਼ ਤਿਆਰ ਕੀਤੀਆਂ ਹਨ। ਡੰਡੀ ਇਹ ਪਥ ਪ੍ਰਦਰਸ਼ਕ ਸਿਧਾਂਤ ਰਾਜ ਵਿੱਚ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਸੰਬੰਧੀ ਲਾਗੂ ਹੋਣੇ ਚਾਹੀਦੇ ਹਨ। ਡੰਡੀ ਕਰਮਚਾਰੀਆਂ ਦੀ ਕਿਸੇ ਵੀ ਸ਼੍ਰੇਣੀ ਦੀਆਂ ਬਦਲੀਆਂ ਅਤੇ ਤੈਨਾਤੀਆਂ ਸਧਾਰਨ ਤੌਰ 'ਤੇ ਸਾਲ ਵਿੱਚ ਇੱਕ ਵਾਰੀ ਸਰਕਾਰ ਵੱਲੋਂ ਨਿਰਧਾਰਤ ਸਮੇਂ ਦੌਰਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡੰਡੀ ਸੰਬੰਧਿਤ ਅਧਿਕਾਰੀਆਂ ਨੂੰ ਇੱਕੋ ਸਮੇਂ ਧਿਆਨ ਨਾਲ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਅਜਿਹੇ ਪ੍ਰਬੰਧ ਸਾਰੇ ਸਾਲ ਲਈ ਕਾਇਮ ਰਹਿਣ। ਡੰਡੀ ਜੇਕਰ ਕਿਸੇ ਕਰਮਚਾਰੀ ਦੀ ਬਦਲੀ ਉਪਰੋਕਤ ਸਮੇਂ ਤੋਂ ਅੱਗੋਂ ਪਿੱਛੋਂ ਕੀਤੀ ਜਾਣੀ ਹੋਵੇ ਤਾਂ ਸਮਰੱਥ ਅਧਿਕਾਰੀ ਨੂੰ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਤੋਂ ਅਗਲੇ ਅਧਿਕਾਰੀ ਦੀ ਪ੍ਰਵਾਨਗੀ ਜ਼ਰੂਰੀ ਤੌਰ 'ਤੇ ਲੈਣੀ ਚਾਹੀਦੀ ਹੈ। ਡੰਡੀ ਪਾਰਾ ਸਧਾਰਨ ਤੌਰ 'ਤੇ ਕਿਸੇ ਕਰਮਚਾਰੀ ਨੂੰ 3 ਸਾਲ ਦੇ ਸਮੇਂ ਲਈ ਇੱਕ ਕੰਮ 'ਤੇ ਰੱਖਿਆ ਜਾਵੇ। ਡੰਡੀ ਨਿਸ਼ਚਿਤ ਕਾਰਜਕਾਲ ਤੋਂ ਪਹਿਲਾਂ ਤਬਦੀਲੀ ਕੇਵਲ ਮਜਬੂਰੀ ਦੀ ਹਾਲਤ ਵਿੱਚ ਅਤੇ ਉਦੋਂ ਹੀ ਕਰਨੀ ਚਾਹੀਦੀ ਹੈ ਜਦੋਂ ਲੋਕ ਸੇਵਾ ਦੇ ਹਿੱਤ ਵਿੱਚ ਅਜਿਹਾ ਕਰਨਾ ਜ਼ਰੂਰੀ ਹੋਵੇ। ਡੰਡੀ ਸਮਰੱਥ ਅਧਿਕਾਰੀ ਇੱਕ ਸ਼੍ਰੇਣੀ ਦੀਆਂ ਬਦਲੀਆਂ ਦਾ ਕੇਵਲ ਇੱਕੋ ਹੀ ਹੁਕਮ ਜਾਰੀ ਕਰੇਗਾ। ਡੰਡੀ ਥੋੜ੍ਹੇ ਕਰਮਚਾਰੀਆਂ ਦੇ ਵੱਖ ਵੱਖ ਹੁਕਮ ਨਾ ਕੀਤੇ ਜਾਣ। ਡੰਡੀ ਸਮਰੱਥ ਅਧਿਕਾਰੀ ਉਕਤ ਸਮੇਂ ਦੌਰਾਨ ਕੀਤੀਆਂ ਜਾਣ ਵਾਲੀਆਂ ਤੈਨਾਤੀਆਂ ਅਤੇ ਬਦਲੀਆਂ ਸੰਬੰਧੀ ਆਪਣੇ ਅਧੀਨ ਦਫ਼ਤਰਾਂ ਪਾਸੋਂ ਤਜਵੀਜ਼ਾਂ ਮੰਗੇਗਾ। ਡੰਡੀ ਅਧੀਨ ਦਫ਼ਤਰ ਆਪਣੀਆਂ ਤਜਵੀਜ਼ਾਂ ਹਰੇਕ ਸਾਲ ਫਰਵਰੀ ਦੇ ਅੰਤ ਤੱਕ ਭੇਜ ਦੇਣਗੇ। ਡੰਡੀ ਜੇਕਰ ਕੋਈ ਕਰਮਚਾਰੀ ਦੁਖਦਾਈ ਹਾਲਤ ਦੇ ਆਧਾਰ 'ਤੇ ਆਪਣੀ ਬਦਲੀ ਕਰਵਾਉਣਾ ਚਾਹੇ ਤਾਂ ਉਸਨੂੰ ਯੋਗ ਪ੍ਰਣਾਲੀ ਰਾਹੀਂ ਸਮਰੱਥ ਅਧਿਕਾਰੀ ਨੂੰ ਬਿਨੈ ਪੱਤਰ ਦੇਣਾ ਹੋਵੇਗਾ। ਡੰਡੀ ਸਮਰੱਥ ਅਧਿਕਾਰੀ ਬਿਨੈ ਦੀ ਸੱਚਾਈ ਸੰਬੰਧੀ ਤਸੱਲੀ ਕਰ ਲੈਣ ਉਪਰੰਤ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਬਿਨੈ ਪੱਤਰ ਦਾ ਫੈਸਲਾ ਗੁਣ ਔਗਣ ਦੇ ਆਧਾਰ 'ਤੇ ਕਰੇਗਾ। ਡੰਡੀ ਜਦੋਂ ਪਤੀ ਅਤੇ ਪਤਨੀ ਦੋਵੇਂ ਸਰਕਾਰੀ ਮੁਲਾਜ਼ਮਤ ਵਿੱਚ ਹੋਣ ਤਾਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਦੋਵਾਂ ਨੂੰ ਇੱਕੋ ਥਾਂ ਰੱਖਿਆ ਜਾਵੇ। ਡੰਡੀ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਜ਼ਿਲ੍ਹਿਆਂ ਤਹਿਸੀਲਾਂ ਜਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਤੈਨਾਤ ਕਰਨ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਜਾਣ। ਡੰਡੀ ਤਲਵਾਰਬਾਜ਼ ਭਵਾਨੀ ਦੇਵੀ ਨੇ ਆਪਣੇ ਪਹਿਲੇ ਓਲੰਪਿਕ 'ਚ ਆਤਮ ਵਿਸ਼ਵਾਸ ਨਾਲ ਭਰੀ ਸ਼ੁਰੂਆਤ ਕੀਤੀ। ਡੰਡੀ ਸੋਮਵਾਰ ਨੂੰ ਟੋਕੀਓ ਖੇਡਾਂ ਵਿੱਚ ਔਰਤਾਂ ਦੇ ਵਿਅਕਤੀਗਤ ਸਾਬਰੇ ਮੁਕਾਬਲੇ ਵਿੱਚ ਟਿਊਨੀਸ਼ੀਆ ਦੀ ਨਾਦੀਆ ਬੇਨ ਅਜ਼ੀਜ਼ੀ ਨੂੰ 15-3 ਨਾਲ ਹਰਾ ਕੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਡੰਡੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਅਜ਼ੀਜ਼ੀ ਦੇ ਖੁੱਲ੍ਹੇ ਸਟਾਂਸ ਦਾ ਫਾਇਦਾ ਚੁੱਕਿਆ। ਡੰਡੀ ਇਸ ਨਾਲ ਭਵਾਨੀ ਨੂੰ ਅੰਕ ਬਣਾਉਣ ਵਿੱਚ ਮਦਦ ਮਿਲੀ। ਡੰਡੀ 27 ਸਾਲਾਂ ਦੀ ਭਵਾਨੀ ਨੇ 3 ਮਿੰਟਾਂ ਦੇ ਪਹਿਲੇ ਦੌਰ ਵਿੱਚ ਇੱਕ ਵੀ ਅੰਕ ਨਹੀਂ ਗਵਾਇਆ ਅਤੇ
8-0 ਨਾਲ ਮਜ਼ਬੂਤ ਲੀਡ ਲੈ ਲਈ। ਡੰਡੀ ਨਾਦੀਆ ਨੇ ਦੂਜੇ ਦੌਰ ਵਿੱਚ ਕੁਝ ਸੁਧਾਰ ਕੀਤਾ, ਪਰ ਭਾਰਤੀ ਖਿਡਾਰੀ ਆਪਣੀ ਲੀਡ ਨੂੰ ਮਜ਼ਬੂਤ ਕਰਦੀ ਰਹੀ ਅਤੇ 6-14 ਸਕਿੰਟ ਵਿੱਚ ਮੈਚ ਜਿੱਤ ਲਿਆ। ਡੰਡੀ ਜੋ ਵੀ ਤਲਵਾਰਬਾਜ਼ ਪਹਿਲਾਂ 15 ਅੰਕ ਹਾਸਲ ਕਰਦਾ ਹੈ ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ। ਡੰਡੀ ਭਵਾਨੀ ਦਾ ਅਗਲੇ ਦੌਰ ਵਿੱਚ ਫਰਾਂਸ ਦੀ ਮੈਨਨ ਬਰੂਨੇਟ ਦੀ ਕੜੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਡੰਡੀ ਜਿਸ ਨੇ ਭਵਾਨੀ ਨੂੰ 15-7 ਨਾਲ ਹਰਾ ਦਿੱਤਾ। ਡੰਡੀ ਹਾਲਾਂਕਿ 27 ਸਾਲ ਦੀ ਇਸ ਭਾਰਤੀ ਮਹਿਲਾ ਤਲਵਾਰਬਾਜ਼ ਨੇ ਹਾਰ ਕੇ ਵੀ ਹਰ ਕਿਸੇ ਦਾ ਦਿਲ ਜਿੱਤਿਆ ਅਤੇ ਇਤਿਹਾਸ ਰਚ ਦਿੱਤਾ ਹੈ। ਡੰਡੀ ਭਰਾ ਭਾਰਤੀ ਤੀਰ ਅੰਦਾਜ਼ੀ ਟੀਮ ਨੇ 16 ਦੇ ਦੌਰ ਵਿੱਚ ਕਜ਼ਾਕਿਸਤਾਨ ਨੂੰ ਹਰਾ ਕੇ ਕੁਆਟਰ ਫਾਈਨਲ ਵਿੱਚ ਪੈਰ ਰੱਖ ਲਿਆ ਹੈ। ਡੰਡੀ ਕੁਆਟਰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਡੰਡੀ ਅਤਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਯਾਦਵ ਨਾਲ ਮਿਲ ਕੇ ਬਣੀ 9ਵੀਂ ਵੀਰਤਾ ਪ੍ਰਾਪਤ ਭਾਰਤੀ ਤਿੱਕੜੀ ਨੇ ਡੈਨਿਸ ਇਲਫਤ, ਅਬੁਲਦੀਨ ਅਤੇ ਸੰਜਵ ਦੀ ਕਖਾਜ਼ ਟੀਮ ਨੂੰ 6-2 ਨਾਲ ਹਰਾਇਆ। ਡੰਡੀ ਕਰੀਬੀ ਮੁਕਾਬਲੇ ਵਿੱਚ 4 ਸੈੱਟਾਂ ਦਾ ਫੈਸਲਾ 1 ਅੰਕ ਨਾਲ ਹੋਇਆ। ਡੰਡੀ ਯੂਮਨਸ਼ਿਮਾ ਪਾਰਕ ਤੀਰ ਅੰਦਾਜ਼ੀ ਜ਼ੋਨ ਵਿੱਚ ਭਾਰਤੀਆਂ ਨੇ ਆਖਰੀ 2 ਕੋਸ਼ਿਸ਼ਾਂ ਵਿੱਚ ਪ੍ਰਵੀਨ ਯਾਦਵ ਅਤੇ ਅਤਨੂ ਦਾਸ ਨੇ 55-54 ਨਾਲ ਜਿੱਤ ਪ੍ਰਾਪਤ ਕੀਤੀ ਅਤੇ 2-0 ਦੀ ਲੀਡ ਲੈਣ ਤੋਂ ਬਾਅਦ 1 ਅੰਕ ਤੋਂ ਪਹਿਲਾਂ ਸੈੱਟ ਹਾਸਲ ਕੀਤਾ। ਡੰਡੀ ਦੂਜਾ ਸੈੱਟ ਭਾਰਤੀਆਂ ਲਈ ਬਹੁਤ ਆਸਾਨ ਸੀ ਕਿਉਂਕਿ ਕਖਾਜ਼ ਟੀਮ ਨੇ ਆਪਣੇ 6 ਤੀਰਾਂ ਵਿੱਚ ਕੁੱਲ 51 ਅੰਕ ਹਾਸਲ ਕੀਤੇ ਜਿਸ ਵਿੱਚ 3 ਵਾਰ 8-8 ਅੰਕ ਸ਼ਾਮਲ ਸਨ। ਡੰਡੀ ਅਤਨੂ ਦਾਸ ਐਂਡ ਕੰਪਨੀ ਨੇ ਇਹ ਸੈੱਟ 52-51 ਨਾਲ ਜਿੱਤ ਕੇ 4-0 ਦੀ ਲੀਡ ਹਾਸਲ ਕਰ ਲਈ। ਡੰਡੀ ਸੰਯੁਕਤ ਰਾਸ਼ਟਰ ਦੇ ਮਨੋਰਥ ਬੜੇ ਗੰਭੀਰ ਅਤੇ ਪਵਿੱਤਰ ਹਨ। ਡੰਡੀ ਇਸ ਦਾ ਮੁੱਖ ਮੰਤਵ ਸੰਸਾਰ ਨੂੰ ਪਰਮਾਣੂ ਜੰਗਾਂ ਦੀ ਤਬਾਹੀ ਤੋਂ ਬਚਾਉਣਾ ਅਤੇ ਮਨੁੱਖਤਾ ਦੀ ਸੇਵਾ ਕਰਕੇ ਅਮਨ ਅਤੇ ਸ਼ਾਂਤੀ ਰੱਖ ਕੇ ਸੰਸਾਰ ਦੀ ਉੱਨਤੀ ਕਰਨਾ ਹੈ। ਡੰਡੀ ਇਸ ਸਭਾ ਦਾ ਯਤਨ ਹੈ ਕਿ ਕੌਮਾਂ ਦਾ ਆਪੋ ਵਿੱਚ ਮਿਲਵਰਤਨ ਵਧਾਇਆ ਜਾਵੇ ਤਾਂ ਜੋ ਉਹ ਰਲ ਕੇ ਆਪਣੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਮਾਮਲਿਆਂ ਨੂੰ ਨਜਿੱਠਣ ਅਤੇ ਇਹਨਾਂ ਮਨੋਰਥਾਂ ਨੂੰ ਪੂਰਾ ਕਰਨ ਲਈ ਸਭ ਰਾਸ਼ਟਰ ਮਿਲ ਕੇ ਇੱਕ ਸਾਂਝੀ ਸੰਸਥਾ ਸਥਾਪਿਤ ਕਰਨ। ਡੰਡੀ ਇਸ ਸਭਾ ਦੇ ਨਿਯਮਾਂ ਵਿੱਚ ਵੀ ਇਸ ਸਿਧਾਂਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਕਿ ਕੋਈ ਦੇਸ਼ ਕਿਸੇ ਹੋਰ ਦੇਸ਼ ਉੱਤੇ ਆਪਣਾ ਸ਼ਾਸਨ ਨਹੀਂ ਠੋਸੇਗਾ, ਸਗੋਂ ਹਰ ਇੱਕ ਰਾਸ਼ਟਰ ਨੂੰ ਆਤਮ ਨਿਰਣੇ ਦਾ ਅਧਿਕਾਰ ਹੈ। ਡੰਡੀ ਇਸ ਸੰਸਥਾ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ ਕਿ ਉਹ ਸਭ ਕੌਮਾਂ ਦੇ ਅਧਿਕਾਰਾਂ ਦੀ ਰੱਖਿਆ ਕਰੇਗੀ ਅਤੇ ਇਸ ਸਭਾ ਦੇ ਨਿਯਮਾਂ ਦੀ ਪਾਲਣਾ ਕਰਵਾਏਗੀ। ਡੰਡੀ ਇਹ ਵੀ ਨਿਯਤ ਹੋਇਆ ਹੈ ਕਿ ਸਭ ਝਗੜੇ ਸ਼ਾਂਤੀ ਨਾਲ ਨਿਬੇੜੇ ਜਾਣਗੇ ਅਤੇ ਕਿਸੇ ਕੌਮ ਜਾਂ ਦੇਸ਼ ਉੱਤੇ ਡਰ ਜਾਂ ਸ਼ਕਤੀ ਵਰਤ ਕੇ ਕੋਈ ਵਧੀਕੀ ਨਹੀਂ ਕੀਤੀ ਜਾਵੇਗੀ। ਡੰਡੀ ਜਿਹੜੀਆਂ ਕੌਮਾਂ ਇਸ ਸਭਾ ਦੀਆਂ ਮੈਂਬਰ ਬਣੀਆਂ ਹਨ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਇਸ ਸੰਸਥਾ ਦੇ ਮਨੋਰਥਾਂ ਦੀ ਪੂਰਤੀ ਲਈ
ਪੂਰਾ ਮਿਲਵਰਤਨ ਦੇਵਾਂਗੇ ਅਤੇ ਆਪਣੇ ਗਵਾਂਢੀ ਦੇਸ਼ਾਂ ਦੀ ਰਾਖੀ ਅਤੇ ਭਲਾਈ ਦਾ ਧਿਆਨ ਰੱਖਾਂਗੇ। ਡੰਡੀ ਭਰਾ। ਇਸ ਸੰਸਥਾ ਦੇ ਮੁੱਢਲੇ ਮੈਂਬਰ ਉਹ ਦੇਸ਼ ਸਨ ਜਿਨ੍ਹਾਂ ਨੇ ਜਰਮਨੀ, ਇਟਲੀ ਅਤੇ ਜਾਪਾਨ ਦੇ ਵਿਰੁੱਧ ਲੜ ਕੇ ਜੰਗ ਜਿੱਤਿਆ ਸੀ, ਜਿਵੇਂ ਇੰਗਲਿਸਤਾਨ, ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਭਾਰਤ। ਡੰਡੀ। ਇਸ ਸੰਸਥਾ ਦੀ ਮੈਂਬਰੀ ਇੱਥੇ ਹੀ ਬਸ ਨਹੀਂ ਹੋ ਜਾਂਦੀ, ਸਗੋਂ ਸ਼ਾਂਤੀ ਦੀ ਚਾਹਵਾਨ ਹਰ ਕੌਮ ਮੈਂਬਰ ਬਣ ਸਕਦੀ ਹੈ। ਪਰ ਇਹ ਸ਼ਰਤ ਹੈ ਕਿ ਇਸ ਸੰਸਥਾ ਦੀ ਸਧਾਰਨ ਸਭਾ ਦੇ 2/3 ਮੈਂਬਰ ਉਸ ਨਵੀਂ ਪ੍ਰਾਰਥਕ ਕੌਮ ਨੂੰ ਮੈਂਬਰ ਬਣਾਉਣ ਦੇ ਹਾਮੀ ਹੋਣ। ਡੰਡੀ। ਇਸ ਤਰ੍ਹਾਂ ਹੁਣ 1956 ਦੇ ਅੰਤ ਤੱਕ 16 ਹੋਰ ਦੇਸ਼ ਸੰਯੁਕਤ ਰਾਸ਼ਟਰ ਦੇ ਮੈਂਬਰ ਪ੍ਰਵਾਨ ਕਰ ਲਏ ਗਏ ਹਨ। ਡੰਡੀ। ਕੰਮ ਦੇ ਜ਼ਿਆਦਾ ਬੋਝ ਕਾਰਨ ਲੋਕ ਇੱਕ ਹੀ ਥਾਂ 'ਤੇ ਕਈ ਘੰਟੇ ਬੈਠ ਕੇ ਕੰਮ ਕਰਦੇ ਹਨ। ਡੰਡੀ। ਅਜਿਹੇ ਵਿੱਚ ਲੰਬੇ ਸਮੇਂ ਤੱਕ ਬੈਠਣ ਨਾਲ ਬਹੁਤ ਸਾਰੇ ਕੰਮ ਕਰਨ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡੰਡੀ। ਇਸ ਕਾਰਨ ਪਿੱਠ ਅਕੜਨ ਨਾਲ ਦਰਦ ਸ਼ੁਰੂ ਹੁੰਦਾ ਹੈ। ਡੰਡੀ। ਅਜਿਹੇ ਵਿੱਚ ਇਹਨਾਂ ਲੋਕਾਂ ਨੂੰ ਉਹਨਾਂ ਦੇ ਬੈਠਣ ਦੇ ਢੰਗ ਵਿੱਚ ਕੁਝ ਤਬਦੀਲੀਆਂ ਕਰਨ ਦੀ ਜ਼ਰੂਰਤ ਹੁੰਦੀ ਹੈ। ਡੰਡੀ। ਅਸਲ ਵਿੱਚ ਅਜਿਹੀਆਂ ਸਮੱਸਿਆਵਾਂ ਗਲਤ ਬੈਠਣ ਦੇ ਤਰੀਕੇ ਕਾਰਨ ਹੁੰਦੀਆਂ ਹਨ। ਡੰਡੀ। ਆਓ ਅਸੀਂ ਤੁਹਾਨੂੰ ਇਹਨਾਂ ਮੁਸੀਬਤਾਂ ਤੋਂ ਰਾਹਤ ਪਾਉਣ ਲਈ ਸਹੀ ਢੰਗ ਨਾਲ ਬੈਠਣ ਦਾ ਤਰੀਕਾ ਦੱਸਦੇ ਹਾਂ। ਡੰਡੀ। ਸਹੀ ਢੰਗ ਨਾਲ ਕੰਮ ਕਰਨ ਲਈ ਬੈਠਣ ਦਾ ਤਰੀਕਾ ਬਿਲਕੁਲ ਸਹੀ ਹੋਣਾ ਚਾਹੀਦਾ ਹੈ। ਡੰਡੀ। ਅਜਿਹੇ ਵਿੱਚ ਆਪਣੀ ਦੁਕਾਨ, ਦਫ਼ਤਰ ਆਦਿ ਥਾਂ 'ਤੇ ਆਰਾਮਦਾਇਕ ਕੁਰਸੀ ਨਾ ਹੋਣ ਕਾਰਨ ਕਮਰ ਅਤੇ ਪਿੱਠ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਡੰਡੀ। ਇਸ ਲਈ ਜਿਸ ਕੁਰਸੀ 'ਤੇ ਤੁਸੀਂ ਕਈ ਘੰਟੇ ਬੈਠ ਕੇ ਕੰਮ ਕਰਨਾ ਹੈ ਉਹ ਤੁਹਾਡੇ ਅਨੁਸਾਰ ਹੋਣੀ ਚਾਹੀਦੀ ਹੈ। ਡੰਡੀ। ਇਸ ਲਈ ਫਲੈਕਸੀਬਲ ਚੇਅਰ ਦੀ ਚੋਣ ਕਰੋ। ਡੰਡੀ। ਇਸ 'ਤੇ ਬੈਠ ਕੇ ਕੰਮ ਕਰਨ ਨਾਲ ਤੁਹਾਨੂੰ ਸਰੀਰਕ ਆਰਾਮ ਨਾਲ ਤਣਾਅ ਘੱਟ ਹੋਣ ਵਿੱਚ ਵੀ ਮਦਦ ਮਿਲੇਗੀ। ਡੰਡੀ ਭਰਾ। ਤੁਸੀਂ ਮੈਸ ਚੇਅਰ ਨੂੰ ਵੀ ਆਪਣੇ ਕੰਮ ਵਾਲੀ ਥਾਂ 'ਤੇ ਰੱਖ ਸਕਦੇ ਹੋ। ਡੰਡੀ। ਇਹ ਬਹੁਤ ਸੁਵਿਧਾਜਨਕ ਹੋਣ ਨਾਲ ਤੁਹਾਨੂੰ ਕੰਮ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਡੰਡੀ। ਇਸ ਤੋਂ ਇਲਾਵਾ ਇਸ ਦੇ ਹੇਠਾਂ ਟਾਇਰ ਲੱਗੇ ਹੋਣ ਕਾਰਨ ਤੁਹਾਨੂੰ ਵਾਰ-ਵਾਰ ਕੁਰਸੀ ਖਿੱਚਣ ਦੀ ਜ਼ਰੂਰਤ ਨਹੀਂ ਪਵੇਗੀ। ਡੰਡੀ। ਕੁਰਸੀ 'ਤੇ ਬੈਠਣ ਨਾਲ ਇਹਨਾਂ ਗੱਲਾਂ ਦਾ ਧਿਆਨ ਰੱਖੋ। ਕੁਰਸੀ 'ਤੇ ਬੈਠਣ ਲਈ ਆਪਣੀ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧਾ ਕਰਕੇ ਬੈਠੋ, ਨਹੀਂ ਤਾਂ ਪਿੱਠ ਅਤੇ ਕਮਰ ਦਰਦ ਹੋ ਸਕਦਾ ਹੈ। ਡੰਡੀ। ਤੁਹਾਡੇ ਦੋਵੇਂ ਪੈਰਾਂ ਨੂੰ ਹਵਾ ਵਿੱਚ ਲਟਕਾਉਣ ਦੀ ਬਜਾਏ ਪੂਰੀ ਤਰ੍ਹਾਂ ਜ਼ਮੀਨ 'ਤੇ ਲੱਗੇ ਹੋਣਾ ਚਾਹੀਦਾ ਹੈ। ਡੰਡੀ। ਜੇ ਤੁਹਾਡੇ ਪੈਰ ਹਵਾ ਵਿੱਚ ਰਹਿਣਗੇ ਤਾਂ ਇਸ ਨਾਲ ਤੁਹਾਡੀ ਕਮਰ, ਗੋਡਿਆਂ ਅਤੇ ਲੱਤਾਂ ਵਿੱਚ ਦਰਦ ਹੋ ਸਕਦਾ ਹੈ। ਡੰਡੀ। ਇਸ ਨਾਲ ਜੇ ਤੁਸੀਂ ਕੰਪਿਊਟਰ 'ਤੇ ਕੰਮ ਕਰਦੇ ਹੋ ਤਾਂ ਆਪਣੀ ਕੁਰਸੀ ਨੂੰ ਸਕਰੀਨ ਅਨੁਸਾਰ ਸਹੀ ਐਂਗਲ 'ਤੇ ਰੱਖੋ। ਡੰਡੀ। ਨਹੀਂ ਤਾਂ ਤੁਹਾਡੀ ਕੁਰਸੀ 'ਤੇ ਅੱਗੇ ਪਾਸੇ ਝੁਕ ਕੇ ਬੈਠਣ ਨਾਲ ਪਿੱਠ ਦਰਦ ਦੀ ਸਮੱਸਿਆ ਹੋ ਸਕਦੀ ਹੈ। ਡੰਡੀ। ਕੰਮ ਕਰਦੇ ਸਮੇਂ ਪੈਰਾਂ ਨੂੰ ਕਰਾਸ ਕਰਕੇ ਜਾਂ ਮੋੜਨ ਦੀ ਬਜਾਏ ਬਿਲਕੁਲ ਸਿੱਧੇ ਜ਼ਮੀਨ 'ਤੇ ਰੱਖੋ, ਨਹੀਂ ਤਾਂ ਪੈਰਾਂ ਅਤੇ ਲੱਤਾਂ ਵਿੱਚ ਦਰਦ ਨਾਲ ਨਾੜੀਆਂ ਦਬ ਜਾਣ ਦਾ ਖਤਰਾ ਰਹਿੰਦਾ ਹੈ। ਡੰਡੀ। ਲਗਾਤਾਰ ਇੱਕ ਥਾਂ 'ਤੇ ਬੈਠਣ ਦੀ
ਥਾਂ ਵਿੱਚ ਚੱਲਦੇ ਰਹਿਣ ਦੀ ਕੋਸ਼ਿਸ਼ ਕਰੋ। ਡੰਡੀ। ਬ੍ਰੇਕਫਾਸਟ ਅਰਥਾਤ ਨਾਸ਼ਤਾ ਹਲਕਾ ਅਤੇ ਵਿਟਾਮਿਨ ਭਰਪੂਰ ਹੋਣਾ ਚਾਹੀਦਾ ਹੈ। ਡੰਡੀ। ਹਲਕੇ ਨਾਸ਼ਤੇ ਵਿੱਚ ਕੋਈ ਇੱਕ ਜਾਂ ਦੋ ਫਲ ਹੋ ਸਕਦੇ ਹਨ, ਜਿਵੇਂ ਸੇਬ, ਨਾਸ਼ਪਾਤੀ, ਕੇਲਾ ਅਤੇ ਚੀਕੂ ਆਦਿ। ਡੰਡੀ। ਦੁੱਧ ਜਾਂ ਚਾਹ ਨਾਲ ਅੰਡਾ ਅਤੇ ਡਬਲ ਰੋਟੀ ਦੇ ਸਲਾਈਸ, ਮੱਖਣ, ਸ਼ਹਿਦ ਜਾਂ ਜੈਮ ਲਗਾ ਕੇ ਦੁੱਧ ਜਾਂ ਚਾਹ ਨਾਲ ਆਮ ਲੋਕ ਲੈਂਦੇ ਹਨ। ਡੰਡੀ। ਸਾਦੇ ਅਤੇ ਸਸਤੇ ਪਰੰਤੂ ਵਿਟਾਮਿਨ ਭਰਪੂਰ ਨਾਸ਼ਤੇ ਵਿੱਚ ਹਰੀਆਂ ਅਤੇ ਉਬਲੀਆਂ ਹੋਈਆਂ ਸਬਜ਼ੀਆਂ ਵੀ ਗੁਣਕਾਰੀ ਹਨ, ਜਿਵੇਂ ਉਬਲੇ ਹੋਏ ਮਟਰ, ਘੀਆ, ਬੰਦ ਗੋਭੀ ਜਾਂ ਸੋਇਆਬੀਨ ਆਦਿ। ਡੰਡੀ। ਕੱਚੀ ਗਾਜਰ ਅਤੇ ਦੁੱਧ ਵੀ ਵਧੀਆ ਅਤੇ ਪੌਸ਼ਟਿਕ ਨਾਸ਼ਤਾ ਹੈ, ਪਰੰਤੂ ਗਾਜਰ ਅਤੇ ਦੁੱਧ ਦਾ ਗਜਰੇਲਾ ਬਹੁਤ ਹੀ ਜ਼ਾਇਕੇਦਾਰ ਨਾਸ਼ਤੇ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ। ਡੰਡੀ। ਉਪਰੋਕਤ ਸਭ ਪ੍ਰਕਾਰ ਦੇ ਨਾਸ਼ਤੇ ਆਮ ਕਰਕੇ ਪੜ੍ਹੇ ਲਿਖੇ ਅਤੇ ਸ਼ਹਿਰੀ ਲੋਕ ਵਰਤਦੇ ਹਨ। ਡੰਡੀ। ਸ਼ਹਿਰਾਂ ਅਤੇ ਕਸਬਿਆਂ ਦੇ ਮਿਹਨਤੀ ਵਰਗ ਦੇ ਲੋਕ ਜ਼ਿਆਦਾਤਰ ਪੂੜੀਆਂ ਅਤੇ ਛੋਲੇ ਖਾ ਕੇ ਪਿੱਛੋਂ ਲੱਸੀ ਜਾਂ ਚਾਹ ਹੀ ਪੀਂਦੇ ਹਨ। ਡੰਡੀ। ਪਿੰਡਾਂ ਵਿੱਚ ਖੇਤੀਬਾੜੀ ਦਾ ਭਾਰਾ ਅਤੇ ਔਖਾ ਕੰਮ ਕਰਨ ਵਾਲੇ ਜ਼ਿਮੀਂਦਾਰ ਅਤੇ ਮਿਹਨਤੀ ਤਬਕਾ ਲੱਸੀ, ਮੱਖਣ ਦਾ ਨਾਸ਼ਤਾ ਜਾਂ ਪਰੌਂਠੇ ਅਤੇ ਦਹੀਂ ਦਾ ਪੌਸ਼ਟਿਕ ਨਾਸ਼ਤਾ ਕਰਦੇ ਹਨ, ਜਦੋਂ ਕਿ ਗਰੀਬ ਲੋਕ ਚਾਹ ਨਾਲ ਸਧਾਰਨ ਕਣਕ ਦੀ ਰੋਟੀ ਨਾਲ ਹੀ ਕੰਮ ਸਾਰ ਲੈਂਦੇ ਹਨ। ਡੰਡੀ। ਸਿਹਤਮੰਦ ਵਿਅਕਤੀਆਂ ਲਈ ਤਾਂ ਹਰ ਤਰ੍ਹਾਂ ਦਾ ਨਾਸ਼ਤਾ ਠੀਕ ਹੈ, ਪਰੰਤੂ ਬਿਮਾਰਾਂ ਲਈ ਬਹੁਤ ਹਲਕਾ ਨਾਸ਼ਤਾ ਯੋਗਾ ਹੈ। ਡੰਡੀ। ਅੰਬ ਦੇ ਫਾਇਦਿਆਂ ਅਤੇ ਅੰਬ ਦੇ ਸਵਾਦ ਬਾਰੇ ਤਾਂ ਸਾਰੇ ਜਾਣਦੇ ਹੀ ਹੋਣਗੇ, ਪਰ ਅੰਬ ਦੇ ਪੱਤੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਡੰਡੀ। ਇਸ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ। ਡੰਡੀ। ਅੰਬ ਦੇ ਪੱਤਿਆਂ ਦੀ ਵਰਤੋਂ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ। ਡੰਡੀ। ਆਓ ਜਾਣਦੇ ਹਾਂ ਅੰਬ ਦੇ ਪੱਤਿਆਂ ਦੇ ਸੇਵਨ ਨਾਲ ਕਿਹੜੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਡੰਡੀ। ਅੰਬ ਦੇ ਪੱਤਿਆਂ ਵਿੱਚ ਐਥੋਸਲਾਈਡਾਈਨ ਨਾਂ ਦਾ ਟੌਨਿਕ ਹੁੰਦਾ ਹੈ। ਡੰਡੀ। ਇਹ ਸ਼ੁਰੂਆਤੀ ਸ਼ੂਗਰ ਦੇ ਇਲਾਜ ਵਿੱਚ ਵਰਤੀ ਜਾਂਦੀ ਹੈ। ਡੰਡੀ। ਅੰਬ ਦੇ ਪੱਤੇ ਸ਼ੂਗਰ ਦੇ ਇਲਾਜ ਵਿੱਚ ਫਾਇਦੇਮੰਦ ਹੁੰਦੇ ਹਨ। ਡੰਡੀ। ਇਸ ਲਈ ਪੱਤੇ ਸੁਕਾਓ ਅਤੇ ਉਹਨਾਂ ਦਾ ਪਾਊਡਰ ਬਣਾਓ ਅਤੇ ਪਾਊਡਰ ਦਾ ਨਿਯਮਤ ਰੂਪ ਵਿੱਚ ਸੇਵਨ ਕਰੋ। ਡੰਡੀ। ਅੰਬ ਦੇ ਪੱਤਿਆਂ ਤੋਂ ਬਣਿਆ ਪਾਊਡਰ ਗੁਰਦੇ ਦੀ ਪੱਥਰੀ ਵਿੱਚ ਲਾਭਦਾਇਕ ਹੈ। ਡੰਡੀ। ਇਸ ਲਈ ਇੱਕ ਗਲਾਸ ਵਿੱਚ 1 ਚਮਚਾ ਭਰ ਅੰਬ ਦੇ ਪੱਤੇ ਪਾ ਕੇ ਰਾਤ ਨੂੰ ਪਾਣੀ ਵਿੱਚ ਪਾ ਦਿਓ। ਡੰਡੀ। ਉਹ ਪਾਣੀ ਸਵੇਰੇ ਪੀਓ। ਡੰਡੀ। ਇਹ ਪੱਥਰੀ ਨੂੰ ਤੋੜ ਦੇਵੇਗਾ ਅਤੇ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਬਾਹਰ ਕੱਢ ਸਕਦਾ ਹੈ। ਡੰਡੀ। ਅੰਬ ਦੇ ਪੱਤੇ BP ਨੂੰ ਕੰਟਰੋਲ ਕਰਨ ਵਿੱਚ ਵੀ ਫਾਇਦੇਮੰਦ ਹੁੰਦੇ ਹਨ। ਡੰਡੀ। ਇਸ ਲਈ ਅੰਬ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲੋ। ਡੰਡੀ। ਹੁਣ ਇਸ ਕਾੜ੍ਹੇ ਨੂੰ ਪੀਓ। ਡੰਡੀ। ਇਸ ਨਾਲ ਹਾਈ BP ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਡੰਡੀ। ਜੇਕਰ ਕਿਸੇ ਨੂੰ ਪੇਟ ਨਾਲ ਸੰਬੰਧਿਤ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਅੰਬ ਦੇ ਪੱਤੇ ਵੀ ਉਸ ਵਿੱਚ ਲਾਭਕਾਰੀ ਹੋਣਗੇ। ਡੰਡੀ। ਇਸ ਲਈ ਸਿਰਫ ਅੰਬ ਦੇ ਕੁਝ ਪੱਤੇ ਪਾਣੀ ਵਿੱਚ ਭਿਉਂ ਅਤੇ ਉਹਨਾਂ ਨੂੰ ਢੱਕ ਕੇ ਰੱਖੋ। ਡੰਡੀ। ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਲਾਭ ਹੋਵੇਗਾ। ਡੰਡੀ। ਅੰਬ ਦੇ ਪੱਤੇ ਚਮੜੀ ਦੀ ਜਲਣ ਅਤੇ ਜ਼ਖਮ ਨੂੰ ਠੀਕ ਕਰਨ ਵਿੱਚ ਬਹੁਤ ਮਦਦਗਾਰ ਹਨ। ਡੰਡੀ। ਅੰਬ ਦੇ ਪੱਤਿਆਂ ਦਾ
ਪੇਸਟ ਲਗਾਉਣ ਨਾਲ ਤੁਸੀਂ ਸੱਟ ਜਾਂ ਜਲਨ ਨੂੰ ਆਸਾਨੀ ਨਾਲ ਘਟਾ ਸਕਦੇ ਹੋ। ਡੰਡੀ ਅੰਬ ਦੇ ਪੱਤਿਆਂ ਵਿੱਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਤੁਹਾਡੇ ਵਾਲਾਂ ਲਈ ਲਾਭਕਾਰੀ ਹੋ ਸਕਦੇ ਹਨ ਅਤੇ ਵਾਲਾਂ ਦੇ ਨੁਕਸਾਨ ਨੂੰ ਰੋਕ ਸਕਦੇ ਹਨ। ਡੰਡੀ ਅੰਬ ਦੇ ਪੱਤੇ ਵਾਲਾਂ ਦੇ ਵਾਧੇ ਵਿੱਚ ਸਹਾਇਤਾ ਕਰਦੇ ਹਨ। ਡੰਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਲੋਕ ਅੱਜ ਕੱਲ੍ਹ ਵੱਡੀ ਮਾਤਰਾ ਵਿੱਚ ਹਲਦੀ ਦਾ ਸੇਵਨ ਕਰ ਰਹੇ ਹਨ ਕਿਉਂਕਿ ਹਲਦੀ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਡੰਡੀ ਪਰ ਗਰਮੀ ਦੇ ਮੌਸਮ ਵਿੱਚ ਹਲਦੀ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ ਅਤੇ ਇਹ ਨੁਕਸਾਨਦੇਹ ਵੀ ਹੋ ਸਕਦਾ ਹੈ। ਡੰਡੀ ਦਰਅਸਲ ਹਲਦੀ ਦਾ ਪ੍ਰਭਾਵ ਬਹੁਤ ਗਰਮ ਹੁੰਦਾ ਹੈ ਅਤੇ ਗਰਮੀਆਂ ਦੌਰਾਨ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੰਡੀ ਆਓ ਜਾਣਦੇ ਹਾਂ ਇਸ ਬਾਰੇ। ਢਿੱਡ ਵਿੱਚ ਪਰੇਸ਼ਾਨੀ ਗਰਮੀਆਂ ਦੇ ਦਿਨਾਂ ਵਿੱਚ ਹਲਦੀ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ ਵਿੱਚ ਜਲਨ ਹੋਣ ਅਤੇ ਕੜਵੱਲ ਪੈਣ ਦਾ ਖਤਰਾ ਵੱਧ ਜਾਂਦਾ ਹੈ। ਡੰਡੀ ਹਾਲਾਂਕਿ ਥੋੜ੍ਹੀ ਜਿਹੀ ਹਲਦੀ ਸਰੀਰ ਵਿੱਚ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੌਰਾਨ ਪਹੁੰਚਦੀ ਹੈ। ਡੰਡੀ ਇਸ ਸਥਿਤੀ ਵਿੱਚ ਹਲਦੀ ਦਾ ਅਲੱਗ ਸੇਵਨ ਕਰਨ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਡੰਡੀ ਇਸ ਲਈ ਗਰਮੀਆਂ ਦੇ ਮੌਸਮ ਵਿੱਚ ਹਲਦੀ ਦਾ ਘੱਟ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ। ਡੰਡੀ ਖੂਨ ਨੂੰ ਪਤਲਾ ਕਰ ਸਕਦੀ ਹੈ। ਹਲਦੀ ਵਿੱਚ ਖੂਨ ਪਤਲਾ ਹੋਣ ਦੇ ਗੁਣ ਹਨ। ਡੰਡੀ ਇਸ ਦੇ ਜ਼ਿਆਦਾ ਸੇਵਨ ਨਾਲ ਖੂਨ ਪਤਲਾ ਹੋ ਸਕਦਾ ਹੈ ਅਤੇ ਇਹ ਮਾਮੂਲੀ ਕੱਟ ਅਤੇ ਛਿਲਕਿਆਂ ਕਾਰਨ ਖੂਨ ਵਹਿਣ ਦੀਆਂ ਸਮੱਸਿਆਵਾਂ ਦਾ ਕਾਰਨ ਹੋ ਸਕਦਾ ਹੈ। ਡੰਡੀ ਇਸ ਲਈ ਉਸੇ ਸਮੇਂ ਮਹਾਂਮਾਰੀ ਸਮੇਂ ਖੂਨ ਵਹਿਣ ਦੀ ਸੰਭਾਵਨਾ ਵੀ ਹੁੰਦੀ ਹੈ ਜੋ ਕਮਜ਼ੋਰੀ ਦਾ ਕਾਰਨ ਵੀ ਬਣ ਸਕਦੀ ਹੈ। ਡੰਡੀ ਗਰਭਵਤੀ ਮਹਿਲਾਵਾਂ ਲਈ ਹੋ ਸਕਦਾ ਹੈ ਖਤਰਾ। ਗਰਭਵਤੀ ਔਰਤਾਂ ਲਈ ਹਲਦੀ ਦਾ ਬਹੁਤ ਜ਼ਿਆਦਾ ਸੇਵਨ ਨਾ ਸਿਰਫ ਮਾਂ ਨੂੰ ਬਲਕਿ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਡੰਡੀ ਖੂਨ ਵਹਿਣਾ ਗਰਭ ਅਵਸਥਾ ਦੇ ਮੁੱਢਲੇ ਦਿਨਾਂ ਵਿੱਚ ਹੋ ਸਕਦਾ ਹੈ ਜਿਸ ਨਾਲ ਗਰਭਪਾਤ ਹੋ ਸਕਦਾ ਹੈ। ਡੰਡੀ ਪੱਥਰੀ ਹੋ ਸਕਦੀ ਹੈ। ਗਰਮੀਆਂ ਦੌਰਾਨ ਹਲਦੀ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਪੱਥਰੀ ਦੀ ਸਮੱਸਿਆ ਹੋ ਸਕਦੀ ਹੈ। ਡੰਡੀ ਹਲਦੀ ਵਿੱਚ ਮੌਜੂਦ ਐਕਸਲੇਟ ਨਾਮ ਦਾ ਤੱਤ ਸਰੀਰ ਵਿੱਚ ਕੈਲਸ਼ੀਅਮ ਨੂੰ ਚੰਗੀ ਤਰ੍ਹਾਂ ਘੁਲਣ ਨਹੀਂ ਦਿੰਦਾ ਜਿਸ ਕਾਰਨ ਪੱਥਰੀ ਦੀ ਸੰਭਾਵਨਾ ਰਹਿੰਦੀ ਹੈ। ਡੰਡੀ ਉਲਟੀ ਦਸਤ ਦੀ ਪਰੇਸ਼ਾਨੀ ਹੋ ਸਕਦੀ ਹੈ। ਹਲਦੀ ਦੇ ਜ਼ਿਆਦਾ ਸੇਵਨ ਨਾਲ ਉਲਟੀਆਂ ਅਤੇ ਦਸਤ ਵੀ ਹੋ ਸਕਦੇ ਹਨ। ਡੰਡੀ ਇਸ ਵਿੱਚ ਮੌਜੂਦ ਕਰਕੂਮਿਨ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਜਿਸ ਨਾਲ ਉਲਟੀਆਂ ਅਤੇ ਦਸਤ ਹੋਣ ਦੀ ਸੰਭਾਵਨਾ ਹੈ। ਡੰਡੀ ਇਸ ਲਈ ਹਲਦੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ। ਡੰਡੀ ਲੋਕ ਭੋਜਨ ਦੇ ਨਾਲ ਅਚਾਰ ਸਲਾਦ ਅਤੇ ਰਾਇਤਾ ਖਾਣਾ ਪਸੰਦ ਕਰਦੇ ਹਨ। ਡੰਡੀ ਪਰ ਗਰਮੀਆਂ ਵਿੱਚ ਫਲ ਰਾਇਤਾ ਖਾਣ ਨਾਲ ਸਿਹਤ ਨੂੰ ਵੀ ਲਾਭ ਮਿਲਦਾ ਹੈ। ਡੰਡੀ ਫਲਾਂ ਤੋਂ ਤਿਆਰ ਕੀਤਾ ਗਿਆ ਰਾਇਤਾ ਪੌਸ਼ਟਿਕ ਅਤੇ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਸਰੀਰ ਦੀ ਗਰਮੀ ਨੂੰ ਦੂਰ ਕਰਦਾ ਹੈ। ਸਮੱਗਰੀ ਦਹੀਂ 2 ਕੱਪ ਕੇਲਾ 1 ਅਨਾਨਾਸ 1-2 ਕੱਪ ਕੱਟਿਆ ਹੋਇਆ ਅਨਾਰ ਦੇ ਬੀਜ 1-2 ਕੱਪ
ਹਰੇ ਅੰਗੂਰ 1-2 ਕੱਪ ਕੱਟਿਆ ਹੋਇਆ ਚੀਨੀ ਪਾਊਡਰ 2 ਵੱਡੇ ਚਮਚ ਜੀਰਾ ਪਾਊਡਰ 1-2 ਛੋਟਾ ਚਮਚ ਕਾਲਾ ਨਮਕ ਸਵਾਦ ਅਨੁਸਾਰ ਲਾਲ ਮਿਰਚ ਪਾਊਡਰ 1-4 ਚਮਚ ਡੰਡੀ। ਢੰਗ: 1 ਕਟੋਰੇ ਵਿੱਚ ਦਹੀਂ, ਚੀਨੀ, ਕਾਲਾ ਨਮਕ, ਲਾਲ ਮਿਰਚ ਪਾਊਡਰ ਮਿਲਾਓ ਅਤੇ ਚੰਗੀ ਤਰ੍ਹਾਂ ਭੁੰਨੋ ਡੰਡੀ। ਹੁਣ ਇਸ ਵਿੱਚ ਫਲ ਪਾਓ ਅਤੇ ਮਿਕਸ ਕਰੋ ਡੰਡੀ। ਠੰਡਾ ਹੋਣ ਲਈ ਇਸ ਨੂੰ ਫਰਿੱਜ ਵਿੱਚ ਰੱਖੋ ਡੰਡੀ। ਹੁਣ ਇਸ ਨੂੰ ਬਾਹਰ ਕੱਢੋ ਡੰਡੀ। ਤੁਹਾਡਾ ਫਲਾਂ ਦਾ ਰਾਇਤਾ ਬਣ ਕੇ ਤਿਆਰ ਹੈ ਡੰਡੀ।